ਐਮਐਲਏ ਸਾਹਿਬ ਫਰਕਾਨ ਨੂੰ ਕਿੰਨੇ ਅਥਾਰਟੀ ਦਿੱਤੀ ਹੈ ਸਾਨੂੰ ਲੈਟਰ ਲਿਖੇ? ਕਾਰ ਸਾਹਿਬ ਗੱਲ ਸੁਣ ਲਓ ਨਾ, ਲੈਟਰ ਜੇ ਅਗਰ ਲਿਖ ਦਿੱਤਾ ਤੇ ਮੈਂ ਇੱਕ ਤੁਹਾਨੂੰ ਮੈਸੇਜ ਨਾਮ ਲਿਖਿਆ ਹੈ ਇਸ ਲੈਟਰ 'ਚ, ਅਗਰ ਤੁਹਾਡਾ ਨਾਮ ਲਿਖਿਆ ਹੈ ਤੇ ਹੁਣੇ ਪੁੱਛ ਨਹੀਂ ਆ। ਲੋਕ ਮੈਨੂੰ ਪਰਸਨ ਦੇ ਵਿੱਚ ਕਿੰਨੇ ਕੁ ਮੈਸੇਜ ਕਰਦੇ ਨੇ ਪਏ, ਉਹਨਾਂ ਨੂੰ ਮੈਂ ਜਿਹਦੇ ਡੀਐਮ 'ਚ ਜਾਂਦਾ ਉਹਦਾ ਨਾਂ ਹੀ ਹੁੰਦਾ ਐਮਐਲਏ ਸਾਹਿਬ, ਜਿਹਦੇ ਪਰਸਨਲ ਨਹੀਂ ਤਾਰ ਸਾਹਿਬ ਆਏ ਨੇ ਉਹ ਵੀ ਤੁਹਾਨੂੰ ਜਵਾਬ ਦੇ ਸਕਦੇ ਨੇ ਕਿ ਜਿਹਨੂੰ ਜਾਂਦਾ ਲੈਟਰ ਉਹਦੇ ਨਹੀਂ ਹੁੰਦਾ ਲੈਟਰ। ਆਪਣੇ ਤੋਂ ਗੁਜ਼ਾਰ ਲਈਏ, ਆਪਣੀ ਉਮਰ ਗੁਜ਼ਾਰ ਲਈਏ ਤਾਂ ਤੁਹਾਨੂੰ ਇਹ ਹੀ ਨਹੀਂ ਪਤਾ ਲੱਗਾ ਕਿ ਵਿੱਚ ਅਗਰ ਤੁਹਾਡਾ ਨਾਮ ਹੈ, ਮੇਰਾ ਨਾਮ ਹੈ, ਫਿਰ ਤੇ ਅਸੀਂ ਗੱਲ ਚੁੱਕੀਏ। ਨਹੀਂ ਵੀ ਲੈਟਰ ਪੜੀ ਜਾਣਾ ਤਾਂ ਤੁਸੀਂ ਉਹ ਲੈਟਰ ਚੁੱਕ ਕੇ ਤੇ ਸਾਹਮਣੇ ਲਾ ਦੇਣਾ। ਨਾ ਉਹਦੇ 'ਚ ਤੁਹਾਡਾ ਕੋਈ ਲੈਣਾ ਨਾ ਕੋਈ ਦੇਣਾ, ਇਹਦੇ 'ਚ ਤੁਹਾਡਾ ਕੀ ਲੈਣਾ ਦੇਣਾ? ਲੈਣਾ ਦੇਣਾ ਜੀ ਮੈਂ ਤੇ ਭੌਂਕ ਕੇ ਕੁੱਤੇ ਤਰ੍ਹਾਂ ਕਹਿਣ ਡਿਆ ਕਿ ਮੈਨੂੰ ਲਿਖਿਆ। ਹੋਰ ਕਿਦਾਂ ਦੱਸਾਂ? ਲੈ ਦੱਸੋ ਭਾਈ, ਉਹ ਖੁਦਾ ਆਦਾ ਨਹੀਂ ਇੱਥੇ ਕੀ ਤੁਹਾਨੂੰ ਲਿਖਿਆ ਹੈ ਉਹ ਦੱਸ ਦਿਓ ਕਿ ਇਹਦੇ ਵਿੱਚ ਤਾਹਿਰ 139 ਲਿਖਿਆ ਹੈ। ਯਾਰ ਮੇਰੇ ਇਨਬਾਕਸ ਵਿੱਚ ਆਇਆ ਤਾਂ ਤਾਹਿਰ 139 ਸੁਣ ਲਓ ਉਹ ਗੱਲ ਸੁਣ ਲਓ, ਮੇਰੀ ਵੀ ਸੁਣ ਲਓ। कल वेखो तार साहब की गाला कटते हो लाइफ से जाके प्यारे भाई, हमारे प्यारे भाई फरकान की लाइफ पे, या कुछ गलत किया है तो इसलिए उन्होंने आपको लेटर लिखा, किया कुछ आपने? जी मैं तो अपने जाने मन भाई मैं तो कोई गल ही नहीं की, मैं तो जाता ही नहीं, बल्कि कितनी देर होगी। देखो ना तुम कल लाइव लाई, एक बंदा चढ़िया उन्हें एडी को गलत बयानी की है, मसीह मौत नूं गालां कढ के गया थल्ले उतर के सुन ही नहीं सकते। की फायदा भाई साहब यह जी बराडा लाने जो साडे उत्थे मौजूद अपने भरा जो गाला उत्ते कढ के तुर गया, फिर फायदा की कढ के तुर गया थल्ले लाड़िया, ਇਹਦਾ मतलब कढ के गया ना हो, लेकिन की फायदा होया ਜਿਹੜੀਆਂ ਬਰਾਡਾ ਲੱਗਦੇ ਕਢਵਾਏ। ਜੇਕਰ ਇਸ ਤਰ੍ਹਾਂ ਚਾਹੀਦਾ ਨਹੀਂ ਬਰਾਡਾ ਲਾ ਕੇ ਗਾਲਾਂ ਕਢਵਾਉਣੀਆਂ, ਅੱਲਾ ਮਾਫ ਕਰੇ, ਇਹਦਾ ਇੱਜ਼ਤ ਬਸ ਕਹਿਣਾ ਹੀ, ਅਸੀਂ ਕੀ ਕਰ ਸਕਦੇ ਭਾਈ ਜਾਨ। अपने नदीम ताहिर भाई आए ने, अस्सलाम वालेकुम रहमतुल्लाह जी। वालेकुम अस्सलाम। नदीम ताहिर भाई क्या हाल है? को खत मिल गया थानू खतरनाक? जी हाँ जी खत मिलिया है फरकान भाई ਦੀ ਤੁਹਾਨੂੰ ਖਤ ਮਿਲ ਗਿਆ ਜੀ, 13 ਦੀ ਮੌਤ ਵਾਕਿਆ ਹੋ ਗਈ ਇਸ ਬਾਤ ਦੇ ਉੱਤੇ। फरकान भाई ने थ्रेट दे दिता थानू है? पता नहीं, एक लैटर भेजा उसकी समझ नहीं आ रही, यही कह रहे हैं कि सानू अगर दस दें तो चलो पता लग जाए। अच्छा अच्छा पढ़ हुंदा है? हाँ जी पढ़े यार, कई बार ये काफ़ी बार पढ़िया दोस्तों ने। अच्छा तुसी स्क्रीनशॉट लो, अगर पढ़िया जाता तो पढ़ लियो। दोस्तों अहमद भाई ਤੁਹਾਨੂੰ ਲੈਟਰ ਆਇਆ? अहमद भाई अस्सलाम वालेकुम रहमतुल्लाह। अहमद भाई भी आया, ਖਲੋਇਆ ਆਇਆ ਤੇ ਥੱਲੇ ਭਾਂਦੇ ਨੇ ਹੁਣ, ਥੱਲੇ ਭਾ ਕੇ ਇਹ ਥੱਲੇ ਬਹਿ ਕੇ ਉਹਨਾਂ ਨੂੰ ਵੀਡੀਓ ਭੇਜਦੇ ਨੇ। ਉਹ ਕੁਛ ਨਹੀਂ ਹੁੰਦਾ, ਥੱਲੇ ਬਹਿ ਕੇ ਜੋ ਮਰਜ਼ੀ ਕਰੋ, ਕੁਛ ਨਹੀਂ ਹੁੰਦਾ। लेकिन अहमद भाई पता नहीं यार क्यों लेटर लिख के गए, समझी गल बाहर है, मैं भी इंतजार कर रहा हूँ यार। चलो उन्होंने अपनी जिंदगी करन, लेकिन अहमद भाई ਤੁਹਾਨੂੰ ਵੀ ਲੈਟਰ ਆਇਆ ਦੱਸਦੇ ਨਹੀਂ ਪਏ। ਆ ਮੇਰੀ ਜਗ੍ਹਾ ਤੇ ਜਵਾਬ ਦੇਣ ਵਾਲਾ ਤਾਹਿਰ 139 ਹੈ ਨਾ, ਉਹ ਵੇਖੋ ਉਹਨਾਂ ਆਪਣਾ ਜਵਾਬ ਭਾਈ ਆਪੇ ਦੇਣਾ ਸਾਫ਼ ਲਫ਼ਜ਼ਾਂ 'ਚ। ਯਾਰ ਤਾਰ ਚੁੱਪ ਕਰ ਜਾ ਯਾਰ। ਨਹੀਂ ਹੁਣੇ ਤਾਂ ਦਿੱਤਾ ਜੀ, ਇਹਨਾਂ ਨੇ ਆਪਣੇ ਜਵਾਬ ਦਿੱਤਾ ਨਹੀਂ, ਅਗਲੇ ਦਿੱਤੇ ਬਣਾਉਂਦੇ ਤੇ ਇਹ ਗੱਲ ਸੁਣਾਉਂਦੇ ਨੇ। ਨਹੀਂ ਉਹ ਤੁਸੀਂ ਆਪੇ ਹੀ ਦਵੋ ਜਵਾਬ, ਤੁਹਾਡਾ ਜਵਾਬ ਹੋਰ ਤਰ੍ਹਾਂ ਦਾ, ਉਹਨਾਂ ਦਾ ਹੋਰ ਤਰ੍ਹਾਂ ਦਾ। ਯਾਰ ਮਾੜੇ ਲੱਗਦਾ ਜੇ ਤੁਹਾਨੂੰ ਵੀ ਲੈਟਰ ਆਇਆ ਤਾਂ ਫਿਰ ਤਾਂ ਕੋਈ ਗੱਲ ਨਹੀਂ, ਇਹਦਾ ਲੈਟਰ ਚਲੋ ਸਾਰੇ ਲੈ ਛੜਿਆ ਉਹਨਾਂ। ਪਤਾ ਹੀ ਮੈਨੂੰ ਲੱਗਦਾ ਇੱਕ ਵਾਰ ਬੈਗ ਲਿਖਿਆ ਕਿ 20 ਤਰੀਆਂ 17 ਦਾ 2 ਤਰ੍ਹਾਂ ਲੈਣਾ ਦਾ ਲੈਟਰ ਹੁੰਦਾ, ਚਲੋ ਬੰਦਾ ਪੜ੍ਹ ਵੀ ਲੈਂਦਾ, ਇਹਨਾਂ ਬੰਦਾ ਪੜ੍ਹ ਵੀ ਨਹੀਂ ਸਕਦਾ ਨਾ, ਕਰਨਾ ਕੀ ਹੈ ਭਾਈ ਦਾ। ਹੁਣ ਇਹ ਨਹੀਂ ਹੈਗਾ ਜੱਜ ਜਾਨੇਮਨ ਸਾਹਿਬ, ਲੈਟਰ ਤਾਂ ਚਲੋ ਠੀਕ ਹੈ, ਉਹ ਤਾਂ ਹੋ ਗਿਆ। ਇਹ ਕਿਤੇ ਗਏ ਨੇ, ਇਹਨਾਂ ਦੀਆਂ ਕਾਲਾਂ ਨਹੀਂ ਚੱਕੀਆਂ, ਫਿਰ ਇਹਨਾਂ ਨੂੰ ਲੈਟਰ ਭੇਜਿਆ 2-3 ਦਿਨ ਪਹਿਲੋਂ ਦੀ ਗੱਲ ਹੈ। ਇਹ ਕਹਿੰਦੇ ਨੇ ਕਿ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਲਿਖੀਆਂ ਨੇ ਨਾ, ਕਾਬਲੀਨ ਕੀ ਤੋਹੀਨ ਜਾਂ ਇਸ ਤਰ੍ਹਾਂ ਕਰਕੇ, ਜਿਨ੍ਹਾਂ ਨਾਲ ਉਹਨਾਂ ਦਾ ਦਿਲ ਦੁਖਦਾ ਏ, ਉਹ ਕਹਿੰਦੇ ਉਹ ਚੀਜ਼ਾਂ ਇਹਨਾਂ ਦੀ ਆਪਣੀ ਬਰਾਜ ਉੱਤੇ ਹੁੰਦੀਆਂ ਨੇ, ਕਿਵੇਂ ਜਸਟੀਫਾਈ ਕਰ ਸਕਦੇ ਨੇ ਇਸ ਤਹਿਰੀਰ ਨੂੰ? ਉਹਨਾਂ ਦਾ ਮਸਲਾ ਇਹ ਬਣਿਆ ਖਲੋਤਾ ਹੈ ਤਾਹਿਰ ਭਾਈ ਦਾ। किसकी ब्राड पे होती है? फरकान भाई की ब्राड पे?
ਕੋਈ ਇਹਨਾਂ ने कोई रिकॉर्डिंग कीतियां ने ताहर भाई ने ना कोई रिकॉर्डिंग्स की है, तो वो रिकॉर्डिंग्स में ऐसा हो रहा है मशहूम साहब हुणे एक रिकॉर्डिंग मंगी है, हुणे एक रिकॉर्डिंग मंगी है, वो इन्हां को है नहीं है, तो 2 ਕੰਨਾਂ ਨਾਲ ਇਹਨਾਂ ਨੇ ਸੁਣ ਲਿਆ। ਇੰਨੀਆਂ ਕੋ ਮਾਲੂਮਾਤ ਇਹਨਾਂ ਫੁਰਕਾਨ ਦੀ ਲਾਈਫ ਦਾ ਨਹੀਂ ਪਤਾ ਵੀ ਉਹ ਕਿਹੋ ਜਿਹੀ ਹੈ। ਉਹ ਯਾਰ ਰਿਕਾਰਡਿੰਗ ਤਿਆਰ ਹੋ ਕਮਾਲ ਕਰਨ ਦੇ ਜੇ ਮਸੂਮ ਨਹੀਂ ਤੇ ਸਾਹਿਬ ਤੁਸੀਂ ਆਪਣੇ ਅਹਿਮਦ ਸਾਹਿਬ ਇਹਦਾ ਮਤਲਬ ਅਸੀਂ ਉੱਥੇ ਮੇਰੇ ਉੱਤੇ ਉਹਨਾਂ ਨੇ ਸਿੱਧਾ ਅਟੈਕ ਕੀਤਾ ਹੈ ਤੇ ਸਾਡੀ ਤੇ ਫਿਰ ਜਾਨ ਸ਼ਿਕੰਜੇ 'ਚ ਨਾ, ਅਸੀਂ ਤੇ ਪਾਕਿਸਤਾਨ ਜਾਵਾਂਗੇ ਸਾਡੀਆਂ ਧੌਣਾ ਲੈ ਜਾਣਗੀਆਂ, ਅਸੀਂ ਤੇ ਫਿਰ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਉੱਥੇ ਪੈਂਦੇ ਰਹੇ ਆ। ਤੁਸੀਂ ਕਹਿੰਦੇ ਉਹਨਾਂ ਦੀ ਜਿੱਦਾਂ ਦੀ ਲਾਈਵ ਇਹਨਾਂ ਨੂੰ ਨਹੀਂ ਪਤਾ ਤਾਂ ਤੁਸੀਂ ਤੇ ਜਿੰਨਾ ਚਿਰ ਅਸੀਂ ਪੈਂਦੇ ਰਹੇ ਆ ਸਾਡੀਆਂ ਵੀ ਫੋਟੋਆਂ ਟੰਗੀਆਂ ਨਹੀਂ ਤਾਂ ਤੁਹਾਨੂੰ ਨਹੀਂ ਪਤਾ ਹੈਗਾ ਇਹ ਉੱਥੇ ਸਾਨੂੰ ਤੇ ਨਹੀਂ threat ਆ ਰਹੇ ਨੇ ਉੱਥੇ ਸਾਊਥ ਕਿੰਨੀ ਕੁ ਅਫਰੀਕਾ ਮਤਲਬ ਵੀ ਗਾਲ ਗਲੋਚ ਹੁੰਦੀ ਹੈ। ਆਸਟ੍ਰੇਲੀਆ ਤੋਂ ਲੈਟਰ ਆ ਰਹੇ ਨੇ ਤੇ ਸਾਊਥ ਅਫਰੀਕਾ ਤੋਂ ਫੋਨ ਆ ਰਹੇ ਨੇ, ਉਹਦਾ ਕੌਣ ਜ਼ਿੰਮੇਦਾਰ ਹੈ? ਉਹ ਖੁਦਾ ਦਾ ਵਾਸਤਾ ਹੀ ਤਾਇਰ ਕੋਈ ਵੀ ਨਹੀਂ ਆਉਂਦੇ ਐਵੇਂ ਨਾ ਮਾਰ। ਇੱਕ ਮਿੰਟ ਆ ਮਸਲਾ ਯਾਰ ਗੱਲ ਸੁਣ ਅਹਿਮਦ ਭਾਈ ਤੇ ਤੁਸੀਂ ਕਿਉਂ ਨਹੀਂ ਜਾ ਰਹੇ? ਕੀ ਮਸਲਾ ਯਾਰ? ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਤੇ ਤੁਸੀਂ ਸ਼ਾਇਦ ਸਹੀ ਜਾਣਦੇ ਹੋ। ਇਹ ਖੁਦ ਨਹੀਂ ਉੱਤੇ ਜਾ ਰਹੇ, ਥੱਲੇ ਬਹਿ ਕੇ ਕੰਮ ਪਾ ਰਹੇ ਨੇ। ਇਹ ਥੱਲੇ ਹੀ ਸਫਾਈਆਂ ਕਰਨ ਡਏ ਨੇ। देखें दोस्तों, गंभीर समस्या है, इसका तो हल निकलना चाहिए। देखें हम लोग शरीफ लोग हैं ਜੀ तो हाँ जी, ਇਦਾਂ ਹੀ ਤਾਂ ਨਦੀਮ ਭਾਈ ਅਸੀਂ ਵੀ ਆਨੇ ਸਾਡੀ ਕੋਈ ਗਸਤਾਖੀ ਦੱਸਣਾ ਫਰਕਾਨ ਭਾਈ ਕਿ ਜਿੰਨਾ ਲੈਟਰ ਭਾਈ ਤਾਹਰ ਨੂੰ ਸਾਰੀ ਦੁਨੀਆ ਨੂੰ ਘਾਲ ਛੱਡਣਾ ਚਾਹੀਦਾ ਹੈ, ਤਾਹਰ ਸਾਹਿਬ ਨੂੰ ਲੈਟਰ ਨਹੀਂ ਆਉਣਾ ਚਾਹੀਦਾ। ਇਹ ਤਾਂ ਗਲਤੀ ਹੋਈ ਏ। ਨਾਲੇ ਇਹ ਫੁਰਕਾਨ ਸਾਹਿਬ ਨੇ ਲੈਟਰ ਭੇਜੇ, ਜ਼ਰਤਸ਼ਤ ਭਾਈ ਦਾ ਨਾਮ ਕਿਉਂ ਤੁਸੀਂ ਵਿੱਚ ਲਿਖਿਆ? ਜ਼ਰਤਸ਼ਤ ਸ਼ਾਤਮ ਉਹਨਾਂ ਦੀ ਟੀਮ ਦੇ ਮੈਂਬਰ ਨੇ ਨਾ ਜ਼ਰਤਸ਼ ਭਾਈ। तुसी भी बन जाओ, माफी ले लो। ਨਹੀਂ ਅਸੀਂ ਤਾਂ ਬਣੇ ਸੀ, ਸਾਨੂੰ ਤੇ ਉਹਨਾਂ ਨੇ ਕੱਢ ਦਿੱਤਾ। ਨਦੀਮ ਭਾਈ ਇਹੋ ਹੀ ਤਾਹਰ ਸਾਹਿਬ ਨੂੰ ਜਰਾ ਮਸਲਾ ਬਣਿਆ ਤੇ ਅਸੀਂ ਉੱਥੇ ਮੈਨੂੰ ਤੇ ਇਹੀ ਗੱਲ ਸਮਝ ਲੱਗੀ ਤਾਹਰ ਭਾਈ ਦੀ। ਅਸੀਂ ਵੀ ਜਾ ਕੇ ਬੈਠੇ ਰਿਹਾ, ਕੋਈ ਨਹੀਂ ਮਸਲੇ ਕਿ ਤਾਹਰ ਭਾਈ ਨੇ ਚੋਚਾ ਆਪਣੀ ਜਬਰਾਨ ਛੱਡ ਕੇ ਉੱਥੇ ਜਾਂਦੇ ਰਹੇ ਨੇ। ਉਹ ਪਾਵਾਂ ਤੇ ਉਹਨਾਂ ਨੂੰ ਗੁੱਸਾ ਯਾਰ ਕਿ ਅਸੀਂ ਕਿੰਨਾ ਵੀ ਨਹੀਂ ਉੱਥੇ ਜਾ ਕੇ ਕੋਈ ਬੰਦਾ ਵੀ ਨਹੀਂ ਸੀ ਉਸ ਬਰਾੜ ਤੇ ਐਸਾ ਜਿਹੜਾ ਕੋਈ ਗੁੱਸਾ ਨਹੀਂ ਕਰੇ ਜਾਂ ਕਿਸੇ ਨੂੰ ਗਾਲ ਕੱਢੇ ਜਾਂ ਕੋਈ ਮੋਟੀਵੇਟਰ ਥੱਲੇਦਾਰ ਕਿਸੇ ਨੂੰ ਅਲਾਓ ਹੀ ਨਹੀਂ ਸੀ। ਅਲਾਓ ਹੀ ਬਸ ਅਹਿਮਦ ਸਾਹਿਬ ਨੂੰ ਕਹਾਈ ਮੋਟੀਵੇਟਰ ਤੇ ਇਹ ਖਾਤੇ ਹਨ ਉੱਥੇ ਜੋਬ ਕਰਦਾ। ਸਾਨੂੰ ਇਹ ਲੈਟਰ ਮੈਨੂੰ ਇਹ ਲੈਟਰ ਮਹੀਨਾ ਪਹਿਲਾਂ ਮਿਲਿਆ ਸੀ ਤੇ ਹਵਾ ਨਹੀਂ ਕੱਢੀ। ਹੁਣ ਤਾਹਰ ਭਾਈ ਨੂੰ ਭੇਜਣ ਦੀ ਕਿਹੜੀ ਜ਼ਰੂਰਤ ਸੀ? ਇਹਨਾਂ ਨੂੰ ਲੈਟਰ ਹੈ ਦੋ ਦਿਨ ਪਹਿਲਾਂ। ਤਾਹਰ ਐਵੇਂ ਉੱਡਦਾ ਤੀਰ ਬਦਲ ਕੇ ਬੰਦਾ ਦਿੰਦੇ ਆ, ਪਤਾ ਸੀ ਵੀ ਕੀ ਬਣਨਾ ਤੇ ਨਾ ਭੇਜਦੇ। ਤਾਹਰ ਭਾਈ ਦਾ ਯਾਰ ਫਿਰ ਵੀ ਅਸੀਂ ਆਖਾਂਗੇ ਤਾਹਰ ਭਾਈ ਛੱਡੋ ਭਰਾ ਦਿਓ ਵੀ, ਤੁਸੀਂ ਵੀ ਭਰਾ ਹੋ। ਜੇ ਕੋਈ ਵਾਧਾ ਘਾਟਾ ਹੋ ਗਿਆ, ਜੇ ਅਗਰ ਨਹੀਂ ਕਿਸੇ ਦੀ ਲਾਈਫ ਤੇ ਕੋਈ ਮਸਲਾ ਭਾਈ ਦੇਖੋ, ਫੁਰਕਾਨ ਸਾਹਿਬ ਨੇ ਲੈਟਰ ਦੇ ਵਿੱਚ ਭੇਜੇ ਆ, ਉਹਨਾਂ ਦੇ ਅੱਗੇ ਸਵਾਲ ਰੱਖੋ। ਇਹ ਜ਼ਰਤਸ਼ਤ ਭਾਈ ਨੂੰ ਕੁਛ ਨਾ ਕਹੋ ਜ਼ਰਤਸ਼ ਆਪਣਾ ਯਾਰ। ਜ਼ਰਤਸ਼ ਭਾਈ ਨੂੰ ਕਿਉਂ ਨਾ ਕਹੋ? ਜ਼ਰਤਸ਼ ਭਾਈ ਨੇ ਤੇ ਉੱਥੇ ਲਾ ਮਚਾਈ ਹੁੰਦੀ ਹੈ ਨਾ, ਮਾੜੀ ਗੱਲ ਹੈ। ਲਾਹੜੋ ਕਿਸੇ ਦਾ ਨਾਂ ਨਹੀਂ ਚਾਹੀਦਾ, ਲੈਣਾ ਫਾਇਦਾ ਨਹੀਂ ਹੈ ਯਾਰ ਸਿਸਟਮ ਦਾ ਲਾਇਓ ਜਿਹਦੇ ਚ ਨਹੀਂ ਲਿਖਿਆ ਸਾਡੇ ਤੇ ਜੱਟ ਸਾਹਿਬ ਸਿਰਫ ਇਹ ਹੀ ਸਵਾਲ ਨੇ ਬਸ ਆ ਵੇਖੋ। ਤਾਹਰ ਲਾ ਯਾਰ, ਤਾਹਰ ਲਾ ਦੇ ਬਰਾ, ਤਾਹਰ ਮੇਰੇ ਲਾ ਦੇ ਸਵਾਲੋਂ ਦਾ ਜਵਾਬ ਯਾਰ। ਤੋਂ ਯਾਰ ਜ਼ਰਤਸ਼ਤ ਭਾਈ ਦਾ ਪੋਸਟਰ ਨਾ ਲਾਏ ਜਿਹਦੇ ਚ ਲਿਖਿਆ ਜ਼ਰਤਸ਼ਤ ਸ਼ਾਤਮ ਪਲੀਜ਼। ਤਾਹਿਰ ਸਾਹਿਬ ਤੁਹਾਡੇ ਵਾਸਤੇ ਕੰਮ ਚੰਗੇ ਨਹੀਂ ਨੇ। ਇਹ ਗੱਲ ਬਿਲਕੁਲ ਮੁਨਾਸਬ ਨਹੀਂ ਹੈ। ਇਹ ਤੁਹਾਨੂੰ ਮੈਂ ਦੱਸ ਦਿਆਂ, ਇਹ ਅੱਛੀ ਗੱਲ ਨਹੀਂ ਹੈ। अब लाओ मैं तैਨੂੰ आख्या पोस्टर लाड़ यार ना करो ये क्या साहब भाई, ऐसे ना करें यार, गलत बात है यार। मैं आपको वो क्या कहते हैं? ਨਹੀਂ ਇਹਨੇ ਕਿਸੇ ਦੀ ਮੰਨਣੀ ਵਾਲਾ ਨਹੀਂ। ਠੀਕ ਹੈ, ਸਵਾਲਾਂ ਵਾਲਾ ਰੱਖੋ। ਇਹ ਨਾ ਰੱਖੋ, ਸਵਾਲੋਂ ਵਾਲਾ ਰੱਖ ਲੈ। ਸਵਾਲੋਂ ਵਾਲਾ ਰੱਖ ਭਾਈ, ਸਵਾਲਾਂ ਵਾਲਾ ਰੱਖ ਲਓ। ਇਹਨਾਂ ਦਾ ਲੈਟਰ ਦਾ ਤੇ ਨਹੀਂ ਉੱਤੇ ਕਿਸੇ ਦਾ ਨਾਮ ਲਿਖਿਆ, ਲੈਟਰ ਦੀ ਗੱਲ ਦੇਣੀ कि वो तो एहतजाज ही सब करना है। जिनके पास लेटर गया भी नहीं है वो भी पढ़ रहे हैं सारे। ਮਸੂਮ ਸ਼ਾਹ ਸਾਹਿਬ ਇਹ ਹੋਸਟ ਜਿਹੜਾ ਇਹ ਬਹੁਤ ਵੱਡੀ ਫਿਲਮ ਹੈ। ਮੈਂ ਇਹ ਅੱਜ ਤਾਂ ਨਹੀਂ ਜਾਣਦਾ, ਮੈਂ ਬਹੁਤ ਪੁਰਾਣਾ ਔਰ ਸੜਿਆ ਜੇ। अहमद भाई आवाज आ रही है? ਲੈਟਰ ਤੇ ਠੀਕ ਹੈ ਨਾ ਆਪਣੇ ਜਾਨੇਮਨ ਸਾਹਿਬ, ਕਿਉਂਕਿ ਅਸੀਂ ਲੈਟਰ ਦਾ एहतजाज कर रहे हैं। ਤੁਸੀਂ ਜ਼ਰਤਸ਼ਤ ਭਾਈ ਨੂੰ ਕੁਛ ਨਾ ਕਹੋ। ਲੈਟਰ ਲਿਖਣ ਵਾਲੇ ਉਹਨਾਂ ਨੇ ਕੀ ਪ੍ਰੂਫਿੰਗ ਕੀਤੀ ਹੈ ਇਹਦੀ? ਯਾਰ ਕੀ ਕੀਤਾ ਜ਼ਰਤਸ਼ਤ ਭਾਈ? ਕਮੇਟੀ 'ਚ ਇੱਕ ਲਿਖਿਆ ਜਾਂਦਾ ਨਾ, ਇੱਕ ਲਿਖਾਰੀ ਹੁੰਦਾ ਜ਼ਰਤਸ਼ ਭਾਈ
ਮਸ਼ਵਰਾ ਦੇਣ ਵਾਲੇ ਨੇ ਤੇ ਲਖਾਰੀ ਜਿਹੜਾ ਹਾਜੀ ਹੈ। ਨਹੀਂ ਹਾਜੀ ਲੇਕਿਨ ਜਿਹੜਾ ਮੇਰੇ ਸੁਣ ਸਾਹਿਬ ਮੇਰਾ ਜਿਹੜਾ ਇਲਜ਼ਾਮ ਲੱਗ ਰਿਹਾ ਹੈ ਤਾਹਰ ਭਾਈ ਤੇ ਜਾਂ ਕਿਸੇ ਨੂੰ ਜਿਹਨੂੰ ਲੈਟਰ ਆਇਆ, ਉਹ ਤੇ ਪਿੱਛੇ ਜੇ ਜ਼ਰਤੇਸ਼ ਭਾਈ ਦਾ ਵੀ ਰੌਲਾ ਬਣਿਆ ਸੀ, ਉਹ ਪਤਾ ਨਹੀਂ ਕੋਈ ਜਿਹੜਾ ਇਹਨਾਂ ਦਾ ਬਾਬਾ ਨੇ ਸਾਡੀ ਸਮੀਰ ਦੇ ਨਾਲ ਉਹਨੂੰ ਬੜੀ ਸਮੀਰ ਨਾਲ ਤੇ ਉਹ ਤੇ ਹੀ ਉੱਤੇ ਚੜ੍ਹ ਕੇ ਬੈਠਾ ਹੈ। ਅੱਲਾਹ ਖੈਰ ਕਰੇ ਜਿਸ ਤਰ੍ਹਾਂ ਅਹਿਮਦ ਭਾਈ ਬੈਠੇ ਨਾ, ਅਸੀਂ ਤੇ ਇਹ ਗੱਲ ਨਹੀਂ ਕਰਦੇ ਸਾਨੂੰ। ਨਹੀਂ ਅਹਿਮਦ ਭਾਈ ਨੂੰ ਥੱਲੇ ਲਾ ਤੇ ਅਹਿਮਦ ਭਾਈ ਵੀ ਇਨਵੋਲਵ ਸਨ ਮੁਖਤਲਿਫ ਬਰਾਡਾਂ ਦੇ ਅਹਿਮਦ ਭਾਈ ਦਾ ਇਹ ਥੱਲੇ ਬੈ ਕੇ ਕੰਮ ਪਾ ਰਹੇ ਨੇ ਬਸ। ਅਹਿਮਦ ਭਾਈ ਨੂੰ ਦੇਸ਼ ਨਕਾਲਾ ਦੇ ਦਿੱਤਾ। ਤੇ ਨਹੀਂ ਯਾਰ ਮਾੜੀ ਗੱਲ ਹੈ ਯਾਰ, ਮੈਂ ਇਤਜਾਜ਼ਤ ਥੱਲੇ ਜਾ ਰਿਹਾ ਹੁਣ, ਇਹ ਮਾੜੀ ਗੱਲ ਹੈ। ਗੱਲ ਸੁਣੋ ਯਾਰ, ਤੁਸੀਂ ਸਵਾਲ ਰੱਖੋ ਪਰ ਜ਼ਰਤਸ਼ ਭਾਈ ਦਾ ਜ਼ਿਕਰ ਨਾ ਕਰੋ ਯਾਰ। ਮੈਂ ਤਾਂ ਸਾਰਾ ਕੁਝ ਬੰਦ ਕਰੋ ਯਾਰ, ਇਹ ਕੰਮ ਚੰਗਾ ਨਹੀਂ ਯਾਰ। ਤਾਹਰ ਭਾਈ ਇਹ ਕੀ ਕਰਦੇ ਹੋ ਤੁਸੀਂ? ਸਵਾਲ ਪਹੁੰਚ ਗਿਆ, ਅਹਿਮਦ ਅੱਜ ਆ ਗਿਆ ਤੁਹਾਡੇ ਕੋਲ। ਅਗਰ ਜਿਸ ਤਰ੍ਹਾਂ ਦੇਖੋ ਨਾ, ਇਹ ਗੱਲ ਸੁਣੋ, ਇਹ ਜਿਸ ਤਰ੍ਹਾਂ ਚੁੱਤ ਸ਼ਿਕਨ ਜਿਹੜਾ ਝੂਠਾ ਕਿਸੇ ਮਾਂ ਦਾ, ਗੰਦੀ ਨਸਲ ਦਾ ਮਾਂ ਦਾ, ਗੱਲ ਸੁਣੋ, ਇਹ ਚੁੱਤ ਸ਼ਿਕਨ ਇਹ ਕਹਿੰਦਾ ਰਾਜਾ ਕਾਲੇ ਘੋੜੇ ਵਾਲੇ ਨੇ ਮੈਨੂੰ ਸੁਣਾ ਦਿੱਤਾ ਫਿਰ ਮੈਨੂੰ ਪੈਗਾਮ ਦਿੱਤਾ ਵੀ ਮੈਂ ਤੈਨੂੰ ਕਾਰਡ ਭੇਜਣਾ ਵਾ ਉਹ ਜਲਸੇ ਤੇ ਤੂੰ ਆ। ਉਹ ਕਿਸੇ ਖੋਤੀ ਮਾਂ ਦਾ ਬੱਚਾ ਪ੍ਰੂਫ ਨਾਲ ਆ। ਝੂਠ ਮਾਰਨਾ ਤੇਰੀ ਮਾਂ ਜ਼ਲੀਲ ਔਰਤ ਨੇ ਤੈਨੂੰ ਇਹ ਝੂਠ ਮਾਰਨ ਵਾਸਤੇ ਦੱਸਿਆ, ਫਿਰ ਲੋਕਾਂ ਤੇ ਇਲਜ਼ਾਮ ਲਾਏ। ਉਹ ਕਾਲੇ ਘੋੜੇ ਨੂੰ ਪੁੱਛਿਆ, ਉਹ ਕਹਿੰਦਾ ਮੈਂ ਤੇ ਮੂੰਹ ਤੇ ਪਿਸ਼ਾਬ ਨਹੀਂ ਕਰਦਾ, ਉਹ ਵੀ ਧਾਰ ਬਣ ਗਏ। ਚੁੱਤ ਸ਼ਿਕਰ ਹੋਏ ਤੇ ਮੈਂ ਉਹਨੂੰ ਜਲਸੇ ਤੇ ਦਾਵਤ ਦਾਂ, ਕਿਸੇ ਬਗੈਰਤ ਮਾਂ ਦੇ ਬੱਚਿਆ ਰਿਕਾਰਡਿੰਗ ਕਰ। ਠੀਕ ਹੋ ਗਿਆ ਜੱਜ ਸਾਹਿਬ। ਦੇਖੋ ਅਹਿਮਦ ਭਾਈ ਨੇ ਤਾਂ ਅਗਰ ਰਿਕੁਐਸਟ ਕੀਤੀ ਹੈ ਨਾ ਤਾਹਰ ਭਾਈ ਤੇ ਲਾ ਦਿਓ, ਅਗਰ ਇਹਨਾਂ ਨੇ ਧਮਕੀ ਦਿੱਤੀ ਹੈ ਤਾਂ ਫਿਰ ਭਾਵੇਂ ਲਾਈ ਰੱਖੋ ਬਸ। ਨਹੀਂ ਉਹ ਮੂੰਹ ਬੋਲਣ ਉਹਨਾਂ ਨੇ ਕਿਹੜੇ ਕੰਟੈਸਟ ਵਿੱਚ ਕਿਹਾ? ਨਹੀਂ ਮੈਂ ਤਾਂ ਸਾਨੂੰ ਘੱਟ ਹੀ ਆਉਂਦੀ ਹੈ ਤੇ ਕੀ ਇਹਨਾਂ ਦਾ ਮਤਲਬ ਇਹ ਕਿ ਤਾਹਿਰ ਭਾਈ ਤੁਸੀਂ ਹੋਸਟ ਜੇ, ਤੁਸੀਂ ਆਪਣੀ ਲਾਈਵ ਚਲਾਣੀ ਹੈ ਤੇ ਸਾਨੂੰ ਵਿੱਚ ਬਿਠਾਓ, ਅਸੀਂ ਆ ਕੇ ਬਾਹਾਂਗੇ, ਤੁਸੀਂ ਥੱਲੇ ਬਿਠਾਓਗੇ। ਮੈਂ ਤੇ ਵੇਖ ਲਓ, ਮੈਂ ਤੇ ਬੰਦੇ ਚਾਹੀਦੇ ਨੇ 15 ਬੰਦੇ ਦੇ, ਮੈਂ ਫਿਰ ਵੀ ਤੁਸੀਂ ਆਪਣੀ ਬਰਾਡ ਆਪ ਚਲਾਣੀ ਹੈ, ਨਾ ਕਿ ਕਿਸੇ ਦੇ ਉੱਤੇ। ਕੀ ਖਿਆਲ ਹੈ ਮਾਸੂਮ ਸ਼ਾਹ ਸਾਹਿਬ? ਗੱਲ ਗਲਤ ਹੈ ਕਿ ਠੀਕ ਹੈ? ਕਹਿ ਰਹੇ ਹਾਂ ਕਿ ਬਿਲਕੁਲ ਸਹੀ ਗੱਲ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ। ਇਹਨਾਂ ਨੂੰ ਹੁਣ ਪੁੱਛੋ ਤਾਂ ਸਹੀ, ਇਹਨਾਂ ਨੂੰ ਕਿਹੜਾ ਮਰਨਾ ਪਿਆ ਹੋਇਆ ਹੈ, ਕੀ ਮਸਲਾ ਹੈ, ਕਿਹੜੀ ਇਹਨਾਂ ਨੂੰ ਪ੍ਰੋਬਲਮ ਹੋਈ ਹੈ ਜਿਹੜਾ ਇੱਡੇ ਯਾਰ ਮੈਨੂੰ ਬਹੁਤ ਧਮਕੀਆਂ ਮਿਲਦੀਆਂ ਮਾਸੂਮ ਸ਼ਾਹ ਸਾਹਿਬ, ਮੈਂ ਕਿੱਥੇ ਜਾਵਾਂ? ਮੈਂ ਇਹਨਾਂ ਨੂੰ ਸਿਰਫ ਮਰਨਾ ਪਿਆ ਏ ਕਿ ਇਹਨਾਂ ਨੂੰ ਕੋਈ ਮੌਜੂ ਨਹੀਂ ਸੀ ਲੱਭ ਰਿਹਾ। ਠੀਕ ਹੈ, ਉਹਨਾਂ ਨੇ ਆਪਣੇ ਟੰਗ ਤੇ ਬੰਦੇ ਉਹ ਨਹੀਂ ਉਹਨਾਂ ਦਾ ਹਾਲ ਕੋਈ ਗੱਲ ਕਰੀਏ ਇਹਨਾਂ ਦੇ ਨਾਲ। ਗੱਲ ਸੁਣ ਲੋ ਅਹਿਮਦ ਭਾਈ, ਗੱਲ ਸੁਣ ਲੋ, ਕਰੋ ਲੈਟਰ ਤੇ ਆਇਆ, ਲੇਕਿਨ ਕੀ ਜ਼ਰੂਰਤ ਹੈ ਐਵੇਂ ਆਪਣੇ ਭਰਾਵਾਂ ਨੂੰ ਵੀ ਲੈਟਰ ਇਸ਼ੂ ਕਰਨ ਦੇ? ਯਾਰ ਲੈਟਰ ਆ ਗਿਆ, ਤੁਸੀਂ ਨਾ ਉਂਝ ਤੁਸੀਂ ਵੈਸੇ ਕਿਦੋਂ ਗੁਜਾਈ ਯਾਰ ਕਿ ਇਸ ਤਰ੍ਹਾਂ ਨਾ ਕਰੋ, ਲੇਕਿਨ ਲੈਟਰ ਲਿਖਣਾ ਤਾਂ ਨਹੀਂ ਨਾ ਕੋਈ ਇਸ ਤਰ੍ਹਾਂ ਦਾ ਹੱਲ ਹੁੰਦਾ ਮੇਰਾ ਵੀਰ। ਗੱਲ ਸੁਣ ਲੈ ਮੇਰੀ ਤੇ ਤਾਰ ਸੁਣ ਲੈ, ਉਹ ਤਾਰ ਮੇਰੀ ਗੱਲ ਸੁਣ ਲੈ ਮੇਰਾ ਵੀਰ। ਲੇਕਿਨ ਇਸ ਤਰ੍ਹਾਂ ਲੈਟਰ ਇਸ਼ੂ ਤਾਂ ਨਹੀਂ ਕਰਨਾ। ਲੈਟਰ ਹੁਣ ਮੈਂ ਕੱਲ ਵੀ ਲੈਣਾ ਗਿਣੀਆਂ ਨੇ, 1 2 3 4 5 6 7 ਪਤਾ ਨਹੀਂ 20 30 ਲੈਣਾ ਲਿਖ ਛੜੀਆਂ। 1 2 ਲਿਖੋ ਕਿ ਉਹਨੂੰ ਪਤਾ ਵੀ ਲੱਗੇ, ਪੜ੍ਹ ਕੇ ਗਾਂ ਜਾਓ। ਹੁਣ ਇਹ ਮਹੀਨਾ ਲੱਗਦਾ ਯਾਰ ਲੈਟਰ ਪੜ੍ਹਨ ਵਾਸਤੇ। ਇਸ ਤਰ੍ਹਾਂ ਤੇ ਮੈਨੂੰ ਤੇ ਸਮਝ ਲੱਗੀ ਕਿਉਂ ਲਿਖਿਆ ਗਿਆ ਯਾਰ। ਇਹ ਤੇ ਤੁਸੀਂ ਅਹਿਮਦ ਭਾਈ ਦੱਸ ਸਕਦੇ ਹੋ ਜਾਂ ਖਾਦਮ ਸਾਹਿਬ ਆਏ ਨੇ ਦੱਸਣ? ਖਾਦਮ ਸਾਹਿਬ ਆਏ ਨੇ, ਤਜਰਬੇਕਾਰ ਨੇ, ਦੱਸਣਗੇ ਜੀ। अस्सलाम वालेकुम रहमतुल्लाह ਵਾਲੇकुम अस्सलाम। ਖਾਦਮ ਸਾਹਿਬ ਕੀ ਆ? ਖਾਦਮ ਸਾਹਿਬ ਕਿ ਵੀਡੀਓ ਆਈ ਉਹਦੇ ਸਰੇਆਮ ਸ਼ਾਤਮੀਅਤ ਹੈ ਤੇ ਫਰਕਾਨ ਸਾਹਿਬ ਜਵਾਬ ਦੇ ਸਕਦੇ ਨੇ ਕਿ ਇਹ ਨਹੀਂ ਸ਼ਾਤਮੀਅਤ ਕਰਾਉਂਦੇ। मेरी गल सुनो ना, मैं तो उस दिन भी ਤੁਹਾਨੂੰ ਗੁਜ਼ਾਰਿਸ਼ ਕੀਤੀ ਸੀ। ਉਹਨਾਂ ਨੇ ਇਹ ਲੈਟਰ ਲਿਖਿਆ, ਪਹਿਲੀ ਤਾਂ ਗੱਲ ਇਹ ਨਜਾਇਜ਼ ਲੈਟਰ ਹੈ, ਕੋਈ ਦੀ ਜ਼ਰੂਰਤ ਨਹੀਂ ਸੀ ਉਹਨਾਂ ਨੂੰ ਲਿਖਣ ਦੀ। ਤੁਸੀਂ ਨਹੀਂ ਚੁੱਕਣਾ ਨਾ ਚੁੱਕੋ। ਬਿਲਕੁਲ ਤੁਸੀਂ ਲੋਕਾਂ ਨੂੰ ਖਾਮਖਾ ਟਾਰਗੇਟ ਕਰਦੇ ਵੇ, ਹਰਟ ਕਰ ਰਹੇ, ਬਲਕਿ ਟਾਰਗੇਟ ਕੀ ਕਰਨਾ। ਤੇ ਮੈਂ ਤੇ ਤੁਹਾਡੇ ਜਗ੍ਹਾ ਤੇ ਇਹੀ ਕਹਾਂਗਾ ਕਿ ਇਹਨਾਂ ਨੂੰ ਜਿਹੜਾ ਇਹਨਾਂ ਦੇ ਹਾਲ ਤੇ ਛੋੜ ਦਿਓ। ਉਹਨਾਂ ਨੇ ਇੱਕ ਹਦੀਸ ਹੈਗੀ ਹੈ ਨਾ, ਤੁਸੀਂ ਸਾਰਿਆਂ ਨੇ ਸੁਣੀ ਹੋਣੀ ਹੈ ਕਿ ਤੁਸੀਂ ਅਗਰ ਕਿਸੇ ਦੇ ਮਹਿਮਾਨ ਜਾਂਦੇ ਹੋ, ਤੁਸੀਂ ਦਸਤਕ ਦਿੰਦੇ ਹੋ, ਇੱਕ ਵਾਰੀ ਉਹ ਦਾਖਲ ਹੋਣ ਦਿੰਦਾ, 2 ਵਾਰੀ, ਤੀਸਰੀ ਵਾਰੀ ਉਹ ਨਹੀਂ ਦਰਵਾਜ਼ਾ ਖੋਲ੍ਹਦਾ, ਵਾਪਸ ਆ ਜਾਓ। ਤੇ ਉਹ ਇੱਕ ਤਰ੍ਹਾਂ ਦਾ ਉਹਨਾਂ ਦਾ ਇਹ ਬੈਠਕ ਹੈ ਜੋ ਵੀ ਹੈ। ਉਹਨਾਂ ਨੂੰ ਨਹੀਂ ਅੱਛਾ ਲੱਗਦਾ ਤੁਹਾਡਾ ਜਾਣਾ ਜਾਂ ਕਿਸੇ ਦਾ ਵੀ ਜਾਣਾ ਜਾਂ ਮੇਰਾ ਵੀ ਜਾਣਾ, ਤੇ ਉਹਨਾਂ ਦਾ ਦਰਵਾਜ਼ਾ ਹੀ ਨਾ ਨਾਕ ਕਰੋ। ਤੁਸੀਂ ਕੋਈ ਹੋਰ ਅੱਛਾ ਟਾਪਿਕ ਲਾਓ, ਕੋਈ ਅੱਛੀ ਜਿਹੜੀ ਹੈਗੀ ਹੈ ਨਾ, ਇਹਦਾ ਕੋਈ ਫਾਇਦਾ ਨਹੀਂ ਹੈ। ਐਵੇਂ ਆਪਣੇ ਆਪ ਤੇ ਜਿਹੜਾ ਉਹ ਤੁਸੀਂ ਕਰਦੇ ਵੀ, ਜ਼ਰੂਰਤ ਨਹੀਂ ਇਹਦੀ। ਉਹਨਾਂ ਨੂੰ ਵੀ ਜ਼ਰੂਰਤ ਨਹੀਂ। ਜਿਹਨਾਂ ਲੋਕਾਂ ਖਾਦਮ ਭਾਈ ਅਸਲਾਮ ਅਲੈਕੁਮ ਜੀ, ਵਾਸਲਾਮ, ਕੀ ਹਾਲ ਚਾਲ ਹੈ? ਠੀਕ ਹੋ? ਸਿਹਤ ਠੀਕ ਠਾਕ ਅਲਹਮਦੁਲਿਲਾ। ਦੇਖੋ ਜਿਹਨਾਂ ਲੋਕਾਂ ਨੇ ਨਹੀਂ ਵੀ ਪੜ੍ਹਿਆ ਨਾ, ਤੁਸੀਂ ਉਹਨਾਂ ਨੂੰ ਵੀ ਪੜ੍ਹਾ ਕੇ ਤੇ ਉਹਨਾਂ ਦਾ ਵੀ ਦਿਲ ਆਜ਼ਾਰੀ ਜਾਂ ਤਕਲੀਫ ਦੇ ਰਹੇ ਹੋ ਨਾ, ਮਤਲਬ ਕਿ ਉਹਨਾਂ ਲਈ ਤਕਲੀਫ ਦੇ ਅਮਲ। ਅਲੀ ਹਕ ਸਾਹਿਬ ਆਏ ਨੇ, ਅਲੀ ਹਕ ਸਾਹਿਬ ਲਈ ਪੈਗਾਮ ਹੈ ਤੇ ਕਰੋ ਗੱਲ ਤੁਸੀਂ। ਇਹਦੇ ਵਿੱਚ ਕਸਮ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਜਿਹੜੇ ਦੂਜੇ ਬੰਦਿਆਂ ਦਾ ਜ਼ਿਕਰ ਕਰ ਰਹੇ ਹੋ, ਜ਼ਰਤਸ਼ਤ ਦਾ, ਹਾਜੀ ਸਾਹਿਬ ਦਾ, ਅਹਿਮਦ ਭਾਈ ਦਾ, ਇਹਨਾਂ ਦਾ ਕੋਈ ਰੋਲ ਨਹੀਂ, ਮੈਨੂੰ ਨਹੀਂ ਲੱਗਦਾ ਇਹਦੇ ਵਿੱਚ। ਤੇ ਬਾਕੀ ਹਾਂ
ਉਹਦੇ ਚ ਬਹਰਾਲ ਕਈ ਬੰਦਿਆਂ ਦਾ ਜਿਹੜਾ ਨਾ, ਮੈਂ ਕਿਸੇ ਨੂੰ ਨੋਮੀਨੇਟ ਨਹੀਂ ਕਰਦਾ, ਲੇਕਿਨ ਹੈਗੇ ਨੇ ਕੁਝ ਬੰਦੇ ਜਿਹੜੇ ਨੇ ਨਾ ਉਹ ਇਸ ਕਮਾਸ਼ ਦੇ ਨੇ ਕਿ ਉਹ ਮਤਲਬ ਨਫਾਕ ਪਾਈ ਰੱਖਦੇ ਨੇ, ਤੇ ਉਹਦਾ ਬਿਹਤਰ ਹੱਲ ਹੈ ਕਿ ਉਹਦੇ ਤੋਂ ਖੁਦ ਨੂੰ ਦੂਰ ਕਰ ਲਓ ਉਸ ਬਰਾੜ ਤੋਂ। ਇਹ ਬਹੁਤ ਸਖਤ ਅਲੀ ਹੈ। ਹੱਕ ਆਇਆ, ਅਲੀ ਹੱਕ ਤੇਰੇ ਲਈ ਪੈਗਾਮ ਨਹੀਂ ਆ ਯਾਰ, ਲੈ ਜਾ। ਬਹਰਾਲ ਇਹ ਆਪਣੇ ਆਪਣੀ ਹਾਂਜੀ ਅਲੀ ਹੱਕ ਸਾਹਿਬ ਲਈ ਪੈਗਾਮ ਸੀ। ਅਸੀਂ ਤਾਂ ਬਹਿੰਦੇ ਸਾਂ ਅਹਿਮਦ ਖਾਦਮ ਭਾਈ। ਸਾਹਿਬ ਆਪਣੇ ਖਾਦਮ ਭਾਈ ਨੇ ਪੈਗਾਮ ਦਿੱਤਾ, ਉਹ ਤੁਹਾਨੂੰ ਪਸੰਦ ਆ ਗਿਆ? ਹੁਣ ਉਹਨਾਂ ਵੀ ਮੇਰੀ ਹਮਾਇਤ 'ਚ ਹੀ ਪੈਗਾਮ ਦਿੱਤਾ, ਹੁਣ ਦਿਓ ਜਵਾਬ ਇਹਦਾ। ਉਹਨਾਂ ਨੇ ਕੋਈ ਤੁਹਾਡੀ ਹਮਾਇਤ ਨਹੀਂ ਕੀਤੀ। ਤਾਹਿਰ ਉਹਨਾਂ 139 ਕਿਹਾ ਜੀ ਲੈਟਰ ਜਿਹੜਾ ਠੀਕ ਹੈ। ਗਲਤ ਲਿਖਿਆ ਕਿਉਂ ਐਵੇਂ ਲਿਖਿਆ? ਹੁਣ ਆਪਣੇ ਆਪ ਨੂੰ ਅਲੀ ਹੱਕ ਆ ਤੇਰੇ ਲਈ ਪੈਗਾਮ ਨਹੀਂ ਲੈਟਰ ਲਿਖਿਆ ਤਾਂ ਸਭ ਜੱਟਾ ਯਾਰ ਤੁਹਾਨੂੰ ਗਾਹ ਅਲੀ ਹੱਕ ਕਰਦਾ, ਕੋਈ ਗੱਲ ਨਹੀਂ ਵੱਡੀ ਗੱਲ ਨਹੀਂ ਹੈ। ਮੈਨੂੰ ਨਹੀਂ ਨਜ਼ਰ ਆਉਂਦੀ ਯਾਰ ਅਲੀ ਹੱਕ ਨੂੰ ਦਫਾ ਕਰੋ। ਜੰਗਰ ਇਹ ਹੈ, ਦੂਰੇ ਮਤਲਬ ਅਹਿਮਦ ਵੀ ਭਾਈ ਮੇਰੀ ਆਵਾਜ਼ ਆ ਰਹੀ ਹੈ? ਅਹਿਮਦ ਭਾਈ ਯਾਰ ਇੱਕ ਮਿੰਟ, ਤਾਰ ਭਾਈ ਨੂੰ ਚੁੱਕਿਆ ਨਾ ਗਾਲਾਂ ਕੱਢੇਗਾ। ਤਾਰ ਭਾਈ ਇਹ ਮੇਰੇ ਨਾਲ ਵਾਅਦਾ ਕਰ ਗਿਆ ਕਿ ਅਲੀ ਹੱਕ ਕਿ मैं दुरे मुख्तियार सफ़ा 222 ਦੇ ਵਿੱਚ ਜਿਹੜਾ ਲਿਖਿਆ है पे अली हक जब अपनी बहन के पिछवाड़े में सोटी डालता है तो वो रोज़ा कैसे चेक करते हैं? खोती मां दे पत्थर ये तक रोटी अंदर ही रखी है, कड्डी नहीं हो। मैं दा खसम इत्थे आके ड्रामे करदा करो गल। ਖਾਦਮ ਭਾਈ ਚਲੇ ਗਏ ਨੇ ਸ਼ਾਇਦ। ਅਹਿਮਦ ਸਾਹਿਬ ਤੁਸੀਂ ਜਵਾਬ ਨਹੀਂ ਦਿੱਤਾ ਖਾਦਮ ਭਾਈ ਨੇ। ਤਾਹਿਰ ਸਾਹਿਬ ਕੀ ਹਾਲ ਜੀ? ਲਾ ਤਾਰੇ ਨੂੰ ਥੱਲੇ ਲਾ, ਖੋਤੀ ਦੇ ਬੱਚੇ ਨੂੰ ਥੱਲੇ ਲਾ, ਇਹਨੂੰ ਥੱਲੇ ਸੁੱਟ, ਭੈਣ ਦੀ ਲੰਨ ਮਾਰਾਂ ਦੀਦੀ ਮੈਂ। ਨੱਚ ਜਾਈ ਭੈਣ ਦੀ ਬੱਚੀ ਆ ਵਿਆ, ਇਹਨੂੰ ਬਲਾਕ ਕਰੋ ਭੈਣ ਚੋਦ ਕੁੱਤੇ ਨੂੰ। ਤੂੰ ਸਾਡੀ ਪਾਕ ਸਾਫ ਬਰਾੜ ਨੂੰ ਪਲੀਟ ਕਰਨ ਆ ਗਿਆ ਕੁੱਤਿਆ, ਨੱਚ ਜਾਈ। ਭੈਣ ਦੀ ਲੰਨ ਲੈਣਾ। ਅਹਿਮਦ ਸਾਹਿਬ ਨਾਲ ਉਹਨਾਂ ਨੂੰ ਗਲਤ ਕਰਨ ਦੇ ਲਈ ਸੀ। ਅਹਿਮਦ ਸਾਹਿਬ ਜਾਣਦੇ ਅਹਿਮਦ ਭਾਈ ਵੀ ਐਵੇਂ ਜਾਣ ਕੇ ਡਰਾਮੇ ਕਰਦਾ, ਉੱਥੇ ਵੀਡੀਓ ਪਹੁੰਚਾਉਂਦਾ ਫਿਰਦਾ ਲੋਕਾਂ ਨੂੰ, ਐਵੇਂ ਹੀ ਬਸ ਚੰਗਾ ਬਣਦਾ ਨਾ। ਮਾੜੀ ਗੱਲ ਇਸ ਤਰ੍ਹਾਂ ਚੰਗੀ ਤੇ ਨਹੀਂ ਗੱਲ। ਅਸੀਂ ਤੇ ਆਪ ਨਹੀਂ ਇਹ ਕੰਮ ਚੰਗੇ। ਤਾਂ ਸਾਹਿਬ ਲਾੜੋ ਯਾਰ, ਲੋਕਾਂ ਦੀ ਫੋਟੋਆਂ ਫਾਇਦਾ ਨਹੀਂ ਆ। ਤੁਹਾਡੇ ਭਰਾ ਨੇ, ਅਸੀਂ ਤੇ ਨਹੀਂ ਇਹ ਕੰਮ ਕਰਦੇ ਯਾਰ। ਵਾਕਿਆ ਜੱਟ ਸਾਹਿਬ ਲਾ ਦੇਣਾ ਚਾਹੀਦਾ ਯਾਰ। ਫਿਰ ਦਿਲ ਨੂੰ ਦੁੱਖ ਪੈਂਦਾ, ਪਤਾ ਨਹੀਂ ਮੇਰੀ ਤਬੀਅਤ ਦਿਲ ਤੋਂ ਦਿਲ ਆ ਨਾ, ਦਿਲ ਕਦੀ ਰਾਤੀ ਕਿਵੇਂ ਹੁੰਦਾ, ਦਿਨੇ ਕਿਵੇਂ ਹੁੰਦਾ, ਉਹ ਰਾਤੀ ਕਿਵੇਂ ਹੁੰਦਾ, ਦਿਨੇ ਕਿਵੇਂ ਹੁੰਦਾ, ਸਵੇਰ ਕਿਵੇਂ ਹੁੰਦਾ। ਦਿਲ ਆ ਨਾ, ਫਿਰ ਦਿਲ ਤਾਂ ਦਿਲ ਹੈ। ਦਿਲ ਤੋਂ ਹੈ ਦਿਲ, ਦਿਲ ਕਾ ਕਿਆ ਕੀਜੇ। ਅਰੇ ਸਾਹਿਬ ਤੁਸੀਂ ਇੱਕ ਦਿਨ ਮੇਰੀ ਫੋਟੋ ਲਾਈ ਸੀ, ਉਹ ਤੁਹਾਨੂੰ ਕੀ ਮਸਲਾ ਬਣਿਆ? ਕਦੋਂ ਲਾਈ ਸੀ ਇਸ ਜਨਾਬ? ਤੁਹਾਨੂੰ ਵਿਖਾਵਾਂ ਸਕਰੀਨਸ਼ਾਟ? ਜਨਾਬ ਤੁਹਾਡੀ ਫੋਟੋ ਹੈ? ਸਾਡੇ ਕੋਲੋਂ ਕਹਿੰਦੀ ਆਈ ਪਈ ਸੀ। ਪਤਾ ਨਹੀਂ ਕਿਹੜੇ ਉਹ ਬਜ਼ੁਰਗ ਜਿਹੇ ਦੀ ਲਾਈ ਸੀ ਕਿਸੇ ਇਹ ਹਸਪਤਾਲ ਚ ਪਿਆ ਸੀ। ਪਤਾ ਨਹੀਂ, ਮੈਨੂੰ ਨਹੀਂ ਪਤਾ ਅਡਵਾਲ ਸਾਹਿਬ ਤੁਹਾਡਾ ਦੱਸਾ ਕਿਹੜੀ ਗੱਲ ਕੀਤੀ ਹੈ। ਰਾਇਲ ਝੂਠ ਨਾ ਮਾਰ ਤੂੰ ਲਾਈ ਸੀ, ਮੈਂ ਆ ਵੇਖੀ ਜਿਹਦੇ ਤੇ ਪੱਟੀ ਬੰਨੀ ਹੈ। ਦਵਾਈਆਂ ਕਾਮੇ ਕਰ ਚੜ वो अडवाल साहब की पिक्चर है, मुझे पता ही नहीं था। नहीं साडी नहीं पिक्चर, लेकर साडी नहीं पिक्चर हो, साडी नहीं हो, पर तू लाना क्यों है? ਉਹ अच्छा मैंने नहीं पता था, मैं समझा कि सरकारी मुसलमान की है। ਇਹਦੀ ਇੱਕ ਵੀਡੀਓ ਆਈ ਹੈ ਤੇ ਉਹਦੇ ਉੱਤੇ ਮਿਰਜ਼ਾ ਸਾਹਿਬ ਨੂੰ ਨੌਬਲਾ ਸਰੇਆਮ ਗਸਤਾਖੀ ਕਰ ਰਿਹਾ ਉਹਨਾਂ ਦੀ। नहीं वो कहता है ना वो बनाई है फेक आईडी बनाई ਨਹੀਂ ਇਹਦੇ ਮੁਰਸ਼ਦ ਨੇ ਸਾਹਮਣੇ ਖੋਲ ਕੇ ਵਹਾ मैसेज आपको अपने अहमदी भाई से ज्यादा आमिर खंजीर की बात पे यकीन है? मुझे तो हैरत हो रही है अडवाल साहब। नहीं ਜਦੋਂ आमिर खंजीर की बात पे ज्यादा यकीन है आपको? उस वक्त मैं नीचे बोल रहा था, मैं मुझे ऊपर उठाया नहीं। हुसैनी खुद एक सबसे बड़ा खंजीर है, नास्तिक है, मुल्हिद है, उसने मुझे उठाया ही नहीं। मैं नीचे बोल रहा था ये सब एआई के जरिए। मैं ऐसे 50 मैसेजेस आपके बना दूँ अडवाल साहब, क्या बात कर रहे हैं आप? मैं ऐसे 50 मैसेजेस आपके बना के लगा दूं, क्या वो हो जाएगा? और अगर खुदा न ख्वास्ता ऐसा है भी तो उसको किसने हक दिया किसी की प्राइवेसी रिवील करने का? मुझे बता दें। एक बंदा अपने आप को कहता है वो मुसलमान है, अल्लाह ताला की वहदानियत पे ईमान रखता है, नबी की रिसालत पे ईमान रखता है, हज़रत मिर्ज़ा ग़ुलाम अहमद क़ादियानी अलैहिस्सलाम पर ईमान रखता है, उनको सच्चा सादिक़ुल अमीन मानता है, मसीह मऊद मेहदी मऊद मानता है। नबी नहीं मानता, मेहदी मऊद मसीह मऊद मानता है। तो वो उसको किसको हक है कि उसको मुनाफिक कहने का या झूठा कहने का या नॉन मुस्लिम कहने का? किसको हक है मुझे बताएं। अब आप अपने आप को मुसलमान कहते हैं। साहब की मैसेज कर रहे हैं स्काई साहब, कोई मसला तो क्या आ जाओ भाई। आप अपने आप को यहाँ पर लोग मुसलमान कहते हैं, कोई सीना चीर के थोड़ी दिखाता, कोई मुंह से इकरार करते हैं ना। फतवा तो हमेशा जाहिर पे लगता है।
कोई किसी का दिल थोड़ी छीन लिया। ये सैफी भाई बैठे हुए हैं, ये कोई इनका दिल छीन के देखा किसी ने कि ये मुसलमान है? ये अपनी ज़बान से इकरार करते हैं ना, तो मैं भी कर रहा हूँ अपनी ज़बान से इकरार। फतवा हमेशा ज़ाहिर पर लगता है। मैं हज़रत मिर्ज़ा साहब अलैहिस्सलाम को सादिकुल अमीन मानता हूँ। जिस तरह सच्चे नबी करीम सल्लल्लाहु अलैहि वसल्लम थे, उसी तरह सच्चे हज़रत मिर्ज़ा साहब अलैहिस्सलाम हैं। जिस तरह सच्चा खुदा है, उसी तरीके से मिर्ज़ा साहब है। जिस तरह सच्चे ज़मीन आसमान में, उसी तरीके से हज़रत मिर्ज़ा साहब अलैहिस्सलाम है। इससे ज़्यादा और क्या सबूत दे सकता हूँ अटवाल साहब? बाकी जमात की तरफ से सिर्फ एक मरतबा मुझे शौकास आया है, वो भी मैंने इग्नोर कर दिया है। तो इंशाअल्लाह ताला आगे सब खैर ही खैर है, अल्लाह के हवाले। ओके जी, ठीक हो गया। ये कौन सा मैसेज भाई? परेशान भाई, कौन सा मैसेज? मेरा मैसेज क्यों नहीं पढ़ते? आपका कोई मैसेज आ ही नहीं रहा मुझे। आपको नजर आ रहा है तार भाई कोई मैसेज? नहीं मुझे नहीं आ रहा। मुझे भी नहीं नजर आ रहा। परेशान भाई कौन है आप? मैसेज लिखें अपना, हम क्यों नहीं पढ़ेंगे? हम पढ़ के सुनाएंगे आपका मैसेज, कोई चक्कर ही नहीं है इसमें। क्या है? अली हक को पैगाम चला गया। अली हक ਨੂੰ बहुत है बस। ਤੇ फिर बंद करिए मासूम शाह साहब। उन्होंने करना है परेशान भाई ने। मैं परेशान 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 भाई उत्ते आके मैसेज दे ला। एक अपने जट साहब आए ने, इन्हों का सुन लीए पैगाम। कौन ने जट साहब? जट साहब ਤੁਹਾਡੀ रिक्वेस्ट नहीं चुक रही तो कोई रिपोर्ट वजी है। फिर सही है मासूम शाह साहब, बंद करिए फिर। चलो ठीक है ओके। फिर लावांगे रात ਨੂੰ इंशाल्लाह अपनी गपशप लावांगे बस। ਜਿਹੜੀ ਤੁਹਾਨੂੰ ਵੀਡੀਓ ਭੇਜੀ ਉਹਦੇ ਤੇ ਸਰੇਆਮ ਗੁਸਤਾਖੀ ਹੈ ਕਿ ਨਹੀਂ ਆ? है जी है, बिल्कुल है, कोई चक्कर ही नहीं है। ਤੋਬਾ ਤੋਬਾ केड़ी वीडियो, केड़ी वीडियो अटवाल साहब? बिल्कुल है। मैनू भी भेजो, मैनू भी सेंड करो। ਤੁਹਾਨੂੰ ਭੇਜ ਦਿੰਦੇ ਆ। चलें सही दोस्तों, ओके जी, फिर मेहरबानी जी, अल्लाह दे हवाले, अल्लाह दे हवाले। फौत हो गए, आपको कफन कौन देगा? आपको गुस्ल कौन देगा? आपको दफनाएगा कौन? मैं और आजाद क्या कर सकती? हज़रत अबू ज़र ने कहा कि नबी इस्लाम से मैंने सुना था कि तू अकेला मरेगा, फिर मुसलमानों का एक काफिला वहां से गुजरेगा जो तुझे कफन दे के दफनाएगा और जनाजा भी पड़ेगा। तूने फिक्र नहीं करनी, जब मैं मर जाऊं तो मेरी लाश को चौराहे पे रख देना, गुजरगा दे, जो यानी मदीना की तरफ रास्ता आता था गांव एरिया से गुजर के। अल्लाह मेरा बंदोबस्त कर देगा। वही हुआ कि उनके मरने के बाद मुसलमानों का एक काफिला दूर से आ रहा था। तो उसी मुस्तकिल आदिम की हदीस में आता है कि सर काफिला भी सुने, फिर कौन है? अब्दुल्लाह इब्न मसूद। अबू ज़र गिफारी भी ज़ुहद के इमाम, इब्न मसूद भी ज़ुहद के इमाम, अबू दरदा भी ज़ुहद के इमाम। इब्न मसूद रज़ियल्लाहु तआला अन्हु जब वहां पे रुके तो उनको नहीं पता था ये कौन है। तो उन्होंने कहा बीबी क्या? उन्होंने कहा मेरा खामन मर गया है। उन्होंने कहा ये कौन है? तो उन्होंने कहा अबू ज़र गिफारी। अब्दुल्लाह इब्न मसूद की चीख निकली, चीख मारी उन्होंने। उनका वाह, अल्लाह के नबी ने फरमाया था कि अबू ज़र अकेला आ रहा है, तबूक के मौका पे दुनिया से भी अकेला जाएगा और क़यामत वाले दिन भी अकेला उठाया जाएगा। यानी अब उसी सरजमीन से ही उसने उठना है ना, हर बंदे ने अपनी कब्र से उठना है। यानी वो मुसलमानों के कब्रिस्तान में भी दफन नहीं। एक ये जो